ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਵੇ ਦੇ ਰਹਿਣ ਵਾਲਾ ਭਾਈ ਅਦਮ ਸੀ। ਉਹਨਾਂ ਨੂੰ ਪੁੱਤਰ ਦੀ ਲਾਲਸਾ ਸੀ। ਕਈ ਗੁਰਦੁਆਰੇ ਗਾਹੇ ਪਰ ਝੋਲੀ ਵਿੱਚ ਕਿਧਰੋਂ ਖੈਰ ਨਾ ਪਈ। ਇੱਕ ਦਿਨ ਗੁਰਸਿੱਖ ਦੇ ਦਰਸ਼ਨ ਹੋਏ। ਉਸਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਇਆ। ਬੇਨਤੀ ਕੀਤੀ, ਗੁਰਸਿੱਖਾ ਸਾਡੀ ਅਰਦਾਸ ਕਰੀ, ਸਾਡੇ ਘਰ ਔਲਾਦ ਨਹੀਂ। ਉਸ ਗੁਰਸਿੱਖ ਨੇ ਦੱਸਿਆ ਕਿ ਤੁਸੀਂ ਅੰਮ੍ਰਿਤਸਰ ਜਾਵੋ, ਉੱਥੇ ਗੁਰੂ ਨਾਨਕ ਦੇਵ ਜੀ ਰਾਮਦਾਸ ਜੀ ਦੇ ਰੂਪ ਵਿੱਚ ਆਪ ਪਰਮੇਸ਼ਵਰ ਧਰਤੀ 'ਤੇ ਆਇਆ ਹੈ। ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੋ, ਜ਼ਰੂਰ ਸੁਣੀ ਜਾਵੇਗੀ। ਤੇ ਉਹ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ। ਭਾਈ ਅਦਮ ਜੀ ਕਿਸੇ ਗੁਰਸਿੱਖ ਨਾਲ ਮੇਲ ਹੋਇਆ ਤੇ ਭਾਈ ਅਦਮ ਜੀ ਨੇ ਪੁੱਛਿਆ ਕਿ ਚੌਥੇ ਪਾਤਸ਼ਾਹ ਕਿੱਥੇ ਮਿਲਣਗੇ। ਉਸ ਗੁਰਸਿੱਖ ਨੇ ਸਹਿਜ ਸੁਭਾਅ ਪੁੱਛ ਲਿਆ ਕਿ ਕਿੱਥੋਂ ਆਏ ਹੋ। ਭਾਈ ਅਦਮ ਜੀ ਕਹਿਣ ਲੱਗੇ, ਮਾਲਵੇ ਤੋਂ ਆਏ ਹਾਂ। ਘਰ ਪੁੱਤਰ ਨਹੀਂ, ਕਈ ਗੁਰਦੁਆਰੇ ਗਾਹੇ ਪਰ ਭਾਵਨਾ ਪੂਰੀ ਨਹੀਂ ਹੋਈ। ਗੁਰਮੁਖ ਪਿਆਰੇ ਨੇ ਸੋਝੀ ਬਖਸ਼ੀ ਕਿ ਮੈਨੂੰ ਮੇਰੀ ਪਤਨੀ ਨੂੰ ਅੰਮ੍ਰਿਤਸਰ ਭੇਜਿਆ। ਚੌਥੇ ਪਾਤਸ਼ਾਹ ਦੇ ਦਰਸ਼ਨ ਵਿੱਚ ਕੋਈ ਖਾਲੀ ਨਹੀਂ ਜਾਂਦਾ, ਇਸ ਕਰਕੇ ਚੌਥੇ ਪਾਤਸ਼ਾਹ ਨੂੰ ਮਿਲਣਾ ਹੈ। ਆਪਸੀ ਗੱਲਬਾਤ ਕਰਦਿਆਂ ਸਿੱਖ ਨੂੰ ਭਾਈ ਅਦਮ ਜੀ 'ਤੇ ਤਰਸ ਆ ਗਿਆ। ਸਿੱਖ ਕਹਿਣ ਲੱਗਾ, ਭਾਈ ਅਦਮ ਜੀ, ਆਪ ਜੀ ਬੇਨਤੀ ਕਰੋ ਚੌਥੇ ਪਾਤਸ਼ਾਹ ਦੇ ਚਰਨਾਂ ਵਿੱਚ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਬੇਨਤੀ ਕਰੋ, ਅੱਗੇ ਮਹਾਰਾਜ ਜੀ ਨਾ ਹਾਂ ਕਰਨ ਤੇ ਨਾ ਕਰਨ, ਫਿਰ ਕੀ ਕਰੋਗੇ। ਭਾਈ ਅਦਮ ਜੀ ਕਹਿਣ ਲੱਗੇ, ਫਿਰ ਮੈਂ ਕੀ ਕਰਾਂ। ਸਿੱਖ ਜੁਗਤੀ ਵਾਲਾ ਸੀ, ਕਹਿਣ ਲੱਗਾ, ਇੱਕ ਕੰਮ ਕਰੋ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਘਰੋਂ ਖਾਲੀ ਨਹੀਂ ਜਾਓਗੇ। ਭਾਈ ਅਦਮ ਜੀ ਨੂੰ ਆਸ ਦੀ ਕਿਰਨ ਨਜ਼ਰ ਆਈ, ਕਹਿਣ ਲੱਗੇ, ਦੱਸੋ ਫਿਰ ਮੈਂ ਕੀ ਕਰਾਂ। ਗੁਰਸਿੱਖ ਨੇ ਦੱਸਿਆ ਕਿ ਆਪਣੇ ਗੁਜ਼ਾਰੇ ਲਈ ਹੱਥੀਂ ਕਿਰਤ ਕਰੋ, ਨਾਲ ਹੀ ਗੁਰੂ ਘਰ ਦੀ ਸੇਵਾ ਕਰੋ। ਸੇਵਾ ਇਹੋ ਜਿਹੇ ਢੰਗ ਨਾਲ ਕਰੋ ਕਿ ਸੰਗਤ ਦੀ ਪ੍ਰਸ਼ੰਸਾ ਮਿਲੇ। ਜਿੱਥੇ ਸੰਗਤ ਪ੍ਰਸੰਨ ਹੋ ਜਾਂਦੀ ਹੈ, ਉੱਥੇ ਗੁਰੂ ਸਾਹਿਬ ਆਪ ਪੁੱਛਦੇ ਹਨ, ਕੀ ਮੰਗਦੇ ਆ, ਫਿਰ ਖਾਲੀ ਨਹੀਂ ਜਾਓਗੇ। ਭਾਈ ਅਦਮ ਜੀ ਸੋਚਣ ਲੱਗ ਪਏ ਕਿ ਕੰਮ ਕਰਾਂ ਕਿ ਹੱਥੀਂ ਕਿਰਤ ਵੀ ਹੋ ਜਾਵੇ ਤੇ ਨਾਲ ਨਾਲ ਸੇਵਾ ਵੀ ਹੋ ਜਾਵੇ। ਲੰਗਰ ਵਿੱਚ ਲੱਕੜ ਸੇਵਾ ਪਹੁੰਚਾਉਣ ਦੀ ਸੇਵਾ ਝੋਲੀ ਪਵਾ ਲਈ ਤੇ ਅਦਮ ਜੀ ਗੁਰਵਾਲੀ ਪਿੰਡ ਤੋਂ ਲੱਕੜ ਇਕੱਠੀਆਂ ਕਰਦੇ ਤੇ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਤੇ ਦੂਜੀ ਢੇਰੀ ਗੁਰ ਦੇ ਲੰਗਰ ਵਿੱਚ ਸੁੱਟਦੇ। ਸਮਾਂ ਬੀਤਦਾ ਗਿਆ, ਹੁਣ ਸੇਵਾ ਨੂੰ ਫਲ ਲੱਗਣਾ ਸੀ। ਇੱਕ ਦਿਨ ਬਾਰਿਸ਼ ਬਹੁਤ ਤੇਜ਼ ਹੋਈ ਤੇ ਲੰਗਰ ਦੀਆਂ ਲੱਕੜਾਂ ਗਿੱਲੀਆਂ ਹੋ ਗਈਆਂ। ਸੰਗਤਾਂ ਬਹੁਤ ਆਈਆਂ ਸਨ। ਬਾਰਿਸ਼ ਹੋਣ ਕਰਕੇ ਠੰਡ ਬਹੁਤ ਹੋ ਗਈ ਸੀ। ਸੰਗਤਾਂ ਠਰ ਰਹੀਆਂ ਸੀ। ਭਾਈ ਅਦਮ ਜੀ ਨੇ ਵੇਖਿਆ ਕਿ ਸੰਗਤ ਠਰ ਰਹੀਆਂ ਹਨ ਤੇ ਚੰਗੀ ਲੱਕੜ ਉਹਨਾਂ ਦੇ ਘਰ ਪਈ ਸੀ। ਥਾਂ ਥਾਂ ਬਾਲ ਦਿੱਤੀ। ਸੰਗਤਾਂ ਅੱਗ ਸੇਕਣ ਤੇ ਕੀਰਤਨ ਕਰਨ ਲੱਗ ਪਈਆਂ। ਭਾਈ ਅਦਮ ਜੀ ਨੇ ਵੇਖਿਆ ਕਿ ਲੱਕੜਾਂ ਖਤਮ ਹੋ ਗਈਆਂ। ਅਗਲਾ ਕਦਮ ਅਦਮ ਜੀ ਨੇ ਚੁੱਕਿਆ, ਉਹ ਕੋਈ ਨਹੀਂ ਚੁੱਕ ਸਕਦਾ, ਤੇ ਘਰ ਦੇ ਬੂਹੇ ਬਾਰੀਆਂ ਪੁੱਟ ਦਿੱਤੀਆਂ ਤੇ ਲੱਕੜ ਬਾਲ ਦਿੱਤੀ ਕਿ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਕਿ ਸੰਗਤਾਂ ਆਨੰਦ ਵਿੱਚ ਜੁੜੀਆਂ ਬੈਠੀਆਂ ਸੇਵਾ ਕਮਾ ਕੇ ਖੁਸ਼ੀ ਲੈ ਲਵਾਂ। ਜਦੋਂ ਗੁਰੂ ਜੀ ਸਾਹਿਬ ਉਧਰੋਂ ਲੰਘੇ, ਵੇਖਿਆ ਥਾਂ ਥਾਂ ਲੱਕੜਾਂ ਬਲ ਰਹੀਆਂ ਹਨ। ਮਹਾਰਾਜ ਸੇਵਾਦਾਰ ਨੂੰ ਪੁੱਛਦੇ, ਅਸੀਂ ਸੁਣਿਆ ਸੀ ਕਿ ਸੰਗਤ ਬੜੀ ਪਰੇਸ਼ਾਨ ਹੈ, ਪਰ ਸੰਗਤ ਤਾਂ ਕੀਰਤਨ ਦਾ ਆਨੰਦ ਮਾਣ ਰਹੀ ਹੈ। ਮਹਾਰਾਜ ਜੀ ਸੇਵਾਦਾਰ ਨੂੰ ਕਹਿਣ ਲੱਗੇ ਕਿ ਇਹ ਸਭ ਕਿਸ ਨੇ ਕੀਤਾ। ਸਿੱਖ ਕਹਿਣ ਲੱਗਾ,
ਆਦਮ ਜੀ ਮਾਲਵੇ ਤੋਂ ਆਏ ਸੀ ਤੇ ਲੰਗਰ ਵਿੱਚ ਲੱਕੜਾਂ ਪਹੁੰਚਾਉਂਦੇ ਸੀ। ਲੰਗਰ ਦੀ ਲੱਕੜ ਗਿੱਲੀ ਹੋ ਗਈ ਸੀ। ਉਹਨਾਂ ਨੇ ਘਰੋਂ ਲਿਆ ਕੇ ਥਾਂ ਬਾਲੀ ਹੈ। ਆਪਣੇ ਘਰ ਦੀਆਂ ਬੂਹੇ ਬਾਰੀਆਂ ਤੱਕ ਪੁੱਟ ਕੇ ਬਾਲ ਦਿੱਤੀਆਂ। ਮਹਾਰਾਜ ਜੀ ਨੇ ਸਵੇਰ ਹੁੰਦਿਆਂ ਭਾਈ ਆਦਮ ਨੂੰ ਦੀਵਾਨ ਵਿੱਚ ਬੁਲਾਇਆ ਤੇ ਕਿਹਾ, ਭਾਈ ਆਦਮ, ਤੂੰ ਗੁਰੂ ਜੀ ਦੀਆਂ ਸੰਗਤਾਂ ਨੂੰ ਖੁਸ਼ ਕੀਤਾ ਹੈ। ਦੱਸ ਕਿਹੜੀ ਮਨਸਾ ਧਾਰ ਕੇ ਸੇਵਾ ਕੀਤੀ ਹੈ। ਦੱਸ ਕੀ ਚਾਹੀਦਾ ਹੈ। ਭਾਈ ਆਦਮ ਜੀ ਕਹਿਣ ਲੱਗੇ ਕਿ ਘਰ ਵਾਲੀ ਨੂੰ ਪੁੱਛ ਕੇ ਦੱਸਾਂਗਾ। ਅਗਲੇ ਦਿਨ ਆਦਮ ਜੀ ਘਰ ਵਾਲੀ ਨੂੰ ਲੈ ਕੇ ਆਏ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਹੋ ਕੇ ਬੇਨਤੀ ਕੀਤੀ ਕਿ ਸੱਚ ਪਾਤਸ਼ਾਹ, ਸਾਡੇ ਘਰ ਦੀ ਔਲਾਦ ਨਹੀਂ ਹੈ। ਤੇ ਬਾਬਾ ਜੀ ਨੇ ਆਪਣੇ ਨੇਤਰ ਬੰਦ ਕੀਤੇ ਤੇ ਕੁਝ ਸਮੇਂ ਬਾਅਦ ਨੇਤਰ ਖੋਲ੍ਹੇ ਤੇ ਬਚਨ ਕੀਤਾ, ਭਾਈ ਆਦਮ, ਤੇਰੇ ਘਰ 7ਵਾਂ ਜਨਮਾਂ ਤੱਕ ਕੋਈ ਔਲਾਦ ਨਹੀਂ, ਪਰ ਤੂੰ ਨਾਨਕ ਦੀਆਂ ਸੰਗਤਾਂ ਨੂੰ ਪ੍ਰਸੰਨ ਕੀਤਾ ਹੈ। ਅਸੀਂ ਆਪਣਾ ਚੌਥਾ ਪੁੱਤਰ ਤੇਰੇ ਘਰ ਭੇਜਦੇ ਹਾਂ। ਸਤਿਗੁਰੂ ਜੀ ਨੇ ਪੁੱਤਰ ਦਾ ਬਚਨ ਦਿੱਤਾ ਤੇ ਮਹਾਰਾਜ ਦੀਆਂ ਖੁਸ਼ੀਆਂ ਲਈਆਂ। ਗੁਰੂ ਰਾਮਦਾਸ ਜੀ ਨੇ ਐਸੀ ਔਲਾਦ ਬਖਸ਼ੀ। ਗੁਰੂ ਜੀ ਕਹਿੰਦੇ, ਸੰਗਤ ਦੀ ਸੇਵਾ ਕਮਾਉਣੀ ਹਜ਼ਾਰਾਂ ਤਪਾਂ ਤੋਂ ਵੀ ਵੱਡਾ ਤਪ ਹੈ। ਸੇਵਾ ਕਰਕੇ ਹੀ ਸੰਗਤ ਦੀ ਪ੍ਰਸ਼ੰਸਾ ਲਈ ਤੇ ਗੁਰੂ ਸਾਹਿਬ ਨੂੰ ਖੁਸ਼ ਕਰ ਲਿਆ।